ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਪੁਲਿਸ ਵਾਲੇ ਜਿੰਨੇ ਸਰਕਾਰੀ ਬੰਦੇ ਆ, ਇਹਨਾਂ ਦੀ ਡਿਊਟੀ ਹੈ ਸਾਡੇ ਨਾਲ। ਇਸ ਨੌਕਰੀ ਨੂੰ ਹਰ ਨੌਜਵਾਨ ਪੀੜ੍ਹੀ ਲੋਚਦੀ ਹੈ ਵੀ ਸਾਨੂੰ ਪੁਲਿਸ 'ਚ ਨੌਕਰੀ ਮਿਲ ਜਾਏ। ਕਿਉਂ? ਕਿਉਂਕਿ ਤਨਖਾਹ ਬਹੁਤ ਹੈ। ਫੌਜ ਦੇ ਵਿੱਚ ਲੋਕੀ ਭੱਜ ਭੱਜ ਕੇ ਭਰਤੀ ਹੁੰਦੇ ਆ ਜੇ ਗੋਲੀਆਂ ਚੱਲਦੀਆਂ। ਮਾਇਆ ਪਿੱਛੇ ਸਾਨੂੰ ਨੌਕਰੀ ਮਿਲ ਜਾਏ। ਮਾਇਆ ਪਿੱਛੇ, ਪਰ ਨਾਮ ਜਪਣਾ ਸਭ ਤੋਂ ਜ਼ਰੂਰੀ ਹੈ। ਤੁਹਾਨੂੰ ਇੰਨੀ ਮਾਇਆ ਮਿਲਦੀ, ਤੁਹਾਡਾ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਹੈ। ਫਿਰ ਇੱਥੇ ਕੋਈ ਤੁਹਾਨੂੰ ਸੜਕਾਂ 'ਤੇ ਨਹੀਂ ਖਿਲਾਰਨਾ। ਕਿਸੇ ਨੇ ਥਾਣਿਆਂ 'ਚ ਡਿਊਟੀਆਂ, ਕਿਸੇ ਨੇ ਗਸ਼ਤ 'ਤੇ, ਇੱਧਰ ਉੱਧਰ ਕੋਈ ਡਿਊਟੀ ਨਹੀਂ। ਤੇ ਤੁਸੀਂ ਲਾਹਾ ਖੱਟੋ ਦਿਨ ਰਾਤ। ਸਾਡੇ ਨਾਲ ਜੇ ਡਿਊਟੀ ਲੱਗਦੀ, ਆਪ ਹੀ ਸੋਚੋ ਤੁਸੀਂ। ਸਰਕਾਰ ਨਹੀਂ ਛੁੱਟੀਆਂ ਦਿੰਦੀ, ਸਾਡੇ ਤੋਂ ਤਾਂ ਅੱਧੇ ਦਿਨ ਲਾਉਂਦੇ, ਅੱਧੇ ਛੁੱਟੀਆਂ ਮਾਰਦੇ ਆ। ਦਿਨ ਅੱਧੇ ਲਾਉਣੇ ਆ, ਆਧੇ ਦਿਨ 'ਚ ਵੀ 2-4 ਘੰਟੇ ਡਿਊਟੀ ਲਾ ਕੇ ਬਾਕੀ ਸੌਣਾ ਹੀ। ਤੇ ਤਨਖਾਹ ਕਿੰਨੀ ਮਿਲਦੀ? ਇੱਥੇ ਨਾਮ ਹੀ ਜਪੋ। ਇੱਥੋਂ ਕਿਉਂ ਜਾਣਾ ਹੈ? ਇਹ ਸੱਚੀ ਸੰਗਤ ਹੈ, ਇੱਥੇ ਲਾਹਾ ਮਿਲਦਾ ਹੈ। ਗੁਰਸਿੱਖ ਕਿਰਤ ਕਰਨ ਵਾਲੇ ਪਰਿਵਾਰ 'ਚੋਂ ਇੱਕ ਬੱਚੇ ਨੂੰ ਲਗਨ ਲੱਗ ਗਈ ਗੁਰੂ ਦੀ। ਉਹ ਫੌਜ 'ਚ ਭਰਤੀ ਹੋ ਗਿਆ। ਮਾਂ ਬਾਪ ਨੇ ਕਿਹਾ ਵੀ ਕਰ ਕੰਮ ਕੋਈ, ਘਰ ਬਾਹਰ ਨਹੀਂ ਚੱਲਦੇ। ਫੌਜ 'ਚ ਭਰਤੀ ਹੋ ਕੇ ਉਹਨੂੰ ਪ੍ਰੇਮ ਗੁਰੂ ਨਾਲ ਹੀ। ਬੜੇ ਫੌਜੀ ਹੋਏ। ਫੌਜੀਆਂ 'ਚ ਬਹੁਤ ਫੌਜੀ ਨਿਕਲੇ ਆ ਸੰਤ ਮਹਾਂਪੁਰਸ਼, ਕਿਉਂਕਿ ਉਹ ਬੜੀ ਮਿਹਨਤ ਕਰਦੇ ਆ। ਉਹਨਾਂ ਕੋਲ ਲੁੱਟ ਖਸੁੱਟ ਵਾਲੀ ਮਾਇਆ ਫੌਜੀਆਂ ਕੋਲ ਨਹੀਂ ਆਉਂਦੀ। ਜਿਹੜੇ ਪੁਲਿਸ ਵਾਲੇ ਆ, ਇਹਨਾਂ ਨੂੰ ਬੇਈਮਾਨੀ ਦੀ ਮਾਇਆ ਮਾਰਦੀ, ਜ਼ਹਿਰ ਲੜਦੀ, ਹੋਰ ਕੋਈ ਨਹੀਂ। ਨਹੀਂ ਤਾਂ ਇਹਨਾਂ 'ਚ ਵੀ ਮਹਾਂਪੁਰਸ਼, ਸੰਤ ਮਹਾਂਪੁਰਸ਼ ਨਿਕਲਣਾ। ਫੌਜੀਆਂ 'ਚ ਬਹੁਤ ਫੌਜੀ ਹੋ ਕੇ ਸੰਤ ਮਹਾਂਪੁਰਸ਼ ਬਣੇ, ਗੁਣੀ ਗਿਆਨੀ ਪ੍ਰਚਾਰਕ ਬਣੇ। ਪਰ ਪੁਲਿਸ ਵਾਲਿਆਂ 'ਚ ਨਹੀਂ, ਇਹਨਾਂ 'ਚ ਜ਼ਹਿਰ ਆ ਜਾਂਦੀ ਹੈ। ਰਿਸ਼ਵਤ ਦੀ ਮਾਇਆ, ਇੱਧਰ ਉੱਧਰ ਪਬਲਿਕ ਨਾਲ ਇਹਨਾਂ ਦੇ ਸੰਬੰਧ ਹੈ। ਇਸ ਕਰਕੇ ਇਹਨਾਂ ਨੂੰ ਮਾਇਆ ਦਾ ਸੱਪ ਲੜ ਜਾਂਦਾ। ਫਿਰ ਬਹੁਤ ਮਾੜੇ ਹਾਲ ਹੁੰਦੇ ਆ। ਕਈ ਪੰਜਾਬ ਪੁਲਿਸ ਦੇ ਆਉਂਦੇ ਆ ਸਾਡੇ ਕੋਲ, ਜਿਨ੍ਹਾਂ ਨੇ ਪੂਰਾ ਸਹੀ ਜੀਵਨ ਰੱਖਿਆ, ਪੰਜਾਬ ਪੁਲਿਸ ਧਰਮ ਰੱਖਿਆ, ਉਹ ਬੜੇ ਸੁਖੀ ਨੇ। ਛੋਟੇ ਅਵਸਰ ਸੀ, ਬਾਬਾ ਜੀ ਦੇ ਸੰਗੀ, ਬਰਗਾੜੀ ਸ਼ਾਇਦ ਉਹਨਾਂ ਦਾ ਪਿੰਡ ਹੈ। ਔਲਖ ਸਾਹਿਬ, ਉਹਨਾਂ ਨੇ ਨੇਮ ਬਣਾ ਲਿਆ ਕਿ ਪੁਲਿਸ ਦੀ ਜ਼ਹਿਰ ਨਹੀਂ ਲੈਣੀ।
ਧਰਮ ਕਮਾਉਣਾ ਹੈ, ਅੰਮ੍ਰਿਤ ਪੀਣਾ। ਕਿਸੇ ਨਾਲ ਧੱਕੇਸ਼ਾਹੀ ਨਹੀਂ ਉਹ ਕਰਦੇ। ਤੇ ਗੁਰੂ ਸਾਹਿਬ ਉਹਨਾਂ ਨੂੰ ਰੋਜ਼ 3 ਵਜੇ ਉਠਾ ਲੈਂਦੇ ਆ, ਪਤੀ ਨੂੰ, ਪਤਨੀ ਨੂੰ, ਤੇ ਬੱਚੇ ਵੀ ਧਰਮੀ ਬਣ ਗਏ, ਕਿਉਂਕਿ ਜ਼ਹਿਰ ਨਹੀਂ ਗਈ, ਬੇਈਮਾਨੀ ਨਹੀਂ ਗਈ, ਝੂਠ ਨਹੀਂ ਗਿਆ, ਲੋਭ ਲਾਲਚ ਨਹੀਂ ਗਿਆ। ਇੰਨੀ ਤਨਖਾਹ ਮਿਲਦੀ, ਫਿਰ ਤੁਸੀਂ ਗਲਤ ਹੋ ਜਾਓ ਤੇ ਤੁਹਾਡੇ ਭਾਗ ਮਾੜੇ। ਦੁਨੀਆ ਕਿੱਥੇ ਗੁਜ਼ਾਰਾ ਕਰਦੀ ਪਈ। ਲੋਭੀ ਲਾਲਚੀਆਂ ਨੂੰ ਕਿਤੇ ਸਬਰ ਹੈਗਾ ਹੈ। ਉਹਨਾਂ ਦੇ ਮਾਤਾ ਪਿਤਾ ਵੀ ਧਰਮੀ। ਪਿੰਡ 'ਚ ਹਰ ਗੱਲ ਤੋਂ, ਗੱਲ ਕਰਨ ਤੋਂ ਡਰਦੇ ਆ, ਮਾੜੀ ਗੱਲ, ਕੰਮ ਤਾਂ ਕੀ ਕਰਨਾ। ਅਸੀਂ ਉਹਨਾਂ ਦੇ ਪਿੰਡ ਅਖੰਡ ਪਾਠ ਸ਼ੁਰੂ ਕੀਤੇ ਜਾ ਕੇ। ਉਹਨਾਂ ਦੀ ਪਿੰਡ 'ਚ ਚੱਲਦੀ, ਸ਼ਾਇਦ ਸਰਪੰਚ ਸੀ ਪਿੰਡ ਦੇ, ਔਲਖ ਸਾਹਿਬ ਦੇ ਪਿਤਾ ਜੀ। ਤੇ ਕਈ ਲੋਕਾਂ ਨੇ ਉਹ ਅਖੰਡ ਪਾਠਾਂ ਦਾ ਵਿਰੋਧ ਕੀਤਾ। ਕਈ ਲੋਕ ਆਏ ਨਾ, ਤੇ ਮੇਰੇ ਮੂੰਹੋਂ ਨਿਕਲ ਗਿਆ ਵੀ ਇਹ ਜਿਹੜੇ ਵਿਰੋਧ ਕਰਦੇ ਆ ਨਾ, ਇਹ ਆਪਦੀਆਂ ਜੜ੍ਹਾਂ ਪੱਟਦੇ ਪਏ ਨੇ। ਇੱਕੋ ਦਮ ਉਹ ਬੋਲ ਪਏ, ਕਹਿੰਦੇ ਬਾਬਾ ਜੀ ਨਹੀਂ, ਉਹਨਾਂ ਦਾ ਵੀ ਭਲਾ ਕਰੋ। ਜਿਹੜੇ ਵਿਰੋਧ, ਇੰਨਾ ਉਹਨਾਂ ਦੇ ਦਿਲ ਵਿੱਚ ਰਹਿਮ, ਕਹਿੰਦੇ ਚੇਤੇ ਰੱਖਿਓ, ਜਿੰਦੇ ਅੰਦਰ ਹਿਰਦੇ 'ਚ ਦਰਦ ਹੈ ਨਾ, ਰਹਿਮ ਇਹ ਸਮਝੋ ਉਹਦੇ ਅੰਦਰ ਪ੍ਰਮਾਤਮਾ ਵਸਦਾ ਹੈ, ਪੱਕਾ। ਉਹਨਾਂ ਕਿਹਾ ਜੀ ਦੱਸੋ ਰੱਬ ਜੀ, ਮੇਰੇ ਵਾਹਿਗੁਰੂ ਤੁਸੀਂ ਕਿਸ ਦਿਲ 'ਚ ਰਹਿੰਦੇ ਹੋ? ਜਿਨ੍ਹਾਂ ਕੋਲ ਬੜਾ ਪੈਸਾ ਹੈ ਉਹਨਾਂ ਦੇ ਅੰਦਰ ਰਹਿੰਦੇ ਹੋ? ਕਹਿੰਦੇ ਨਹੀਂ, ਉਹਨਾਂ ਦੇ ਤਾਂ ਸਿਰ ਤੇ ਕਾਲ ਕੂਕਦਾ ਹੈ। ਕਹਿੰਦੇ ਜਿਹੜੇ ਗਿਆਨੀ ਹੈ ਉਹਨਾਂ ਦੇ ਅੰਦਰ ਰਹਿੰਦੇ ਹੋ? ਕਹਿੰਦੇ ਉਹਨਾਂ ਦੇ ਅੰਦਰ ਵੀ ਧਰਮ ਰਹਿੰਦਾ ਹੈ, ਮੈਂ ਨਹੀਂ ਰਹਿੰਦਾ, ਪਰਮਾਤਮਾ ਕਹਿੰਦਾ। ਉਹਨਾਂ ਅੰਦਰ ਧਰਮ ਹੈ, ਜਿਨ੍ਹਾਂ ਨੂੰ ਗਿਆਨ ਹੈ। ਕਹਿੰਦੇ ਜਿਹੜੇ ਬੜੇ ਚਤਰ ਨੇ, ਸਿਆਸੀ ਨੇ, ਲੀਡਰ ਨੇ, ਉਹਨਾਂ ਦੇ ਨਾਲ ਰਹਿੰਦੇ ਹੋ? ਕਹਿੰਦੇ ਉਹਨਾਂ ਦੇ ਅੰਦਰ ਤਾਂ, ਉਹਨਾਂ ਨੂੰ ਤਾਂ ਪਾਪ ਹੈ। ਉਹਨਾਂ ਨੇ ਫਿਰ ਆਖਿਆ ਜੀ ਦੱਸੋ, ਕਬੀਰ ਸਾਹਿਬ ਲਿਖਦੇ ਨੇ, ਕਬੀਰ ਜਹਾਂ ਗਿਆਨ ਤਹ ਧਰਮ ਹੈ। ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹਨਾਂ ਦੇ ਅੰਦਰ ਧਰਮ ਆ ਗਿਆ, ਉਹ ਧਰਮੀ ਪੁਰਸ਼ ਬਣ ਗਏ। ਫਿਰ ਉਹ ਗਿਆਨ ਕਰਦੇ ਆ, ਚੰਗੀਆਂ ਗੱਲਾਂ ਕਰਦੇ ਆ, ਕਥਾ ਕਹਾਣੀਆਂ ਸੁਣਾਉਂਦੇ ਆ, ਆਪ ਨਿਤਨੇਮ ਸਿਮਰਨ ਕਰਦੇ ਆ, ਅੰਮ੍ਰਿਤ, ਪਰ ਉਹਨਾਂ ਕੋਲ ਧਰਮ ਨਹੀਂ। ਪੜ੍ਹਿਓ ਕਬੀਰ ਜਹਾਂ ਗਿਆਨ ਤਹ ਧਰਮ ਹੈ। ਜਿੱਥੇ ਗਿਆਨ, ਕਬੀਰਾ ਜਿਨ੍ਹਾਂ ਨੂੰ ਗਿਆਨ ਹੈ ਉਹਨਾਂ ਕੋਲ ਧਰਮ ਹੈਗਾ। ਉਹ ਦਸਵੰਧ ਕੱਢਦੇ ਆ, ਆਏ ਗਏ ਸਾਧੂ ਸੰਤਾਂ ਦੀ ਸੇਵਾ ਕਰਦੇ ਆ, ਅੰਮ੍ਰਿਤ ਵੇਲੇ ਉੱਠਦੇ ਆ, ਨਾਮ ਜਪਦੇ ਆ, ਕਥਾ ਕੀਰਤਨ ਕਰਦੇ ਆ, ਚੰਗੀ, ਉਹਨਾਂ ਕੋਲ ਧਰਮ ਨਹੀਂ। ਤੇ ਅੱਗੇ ਜਹਾਂ ਝੂਠ ਤੈ ਪਾਪ, ਜਿੱਥੇ ਸਿਆਸਤ ਤੇ ਝੂਠ ਹੈ, ਰਾਜਨੀਤੀਆਂ ਹੁੰਦੀਆਂ ਨੇ, ਝੂਠੇ ਕੰਮ ਹੁੰਦੇ ਨੇ, ਸਮਝੋ ਪਾਪੀ ਪੁਰਸ਼ ਨੇ। ਗਿਆਨ ਜਿੱਥੇ ਉਹ ਧਰਮੀ, ਜਿੱਥੇ ਦੂਜੇ ਕੰਮ ਨੇ ਉਹ ਨੇ ਪਾਪੀ ਪੁਰਸ਼। ਇਹ ਪਾਪੀ ਲੋਕ ਨੇ।
ਇਹਨਾਂ ਨੂੰ ਧਰਮੀ ਨਾ ਆਖੋ। ਫਿਰ ਅੱਗੇ ਜੀ, ਜਹਾਂ ਲੋਭ ਤੈ ਕਾਲ ਹੈ। ਜਿਹੜੇ ਬੜਾ ਪੈਸੇ ਦੇ ਮਗਰ ਲੱਗੇ ਨੇ, ਦਿਨੇ ਰਾਤ ਕਮਾਈ ਜਾਂਦੇ ਆ, ਜੋੜੀ ਜਾਂਦੇ ਆ, ਕਹਿੰਦੇ ਉਹਨਾਂ ਦੇ ਸਿਰ ਤੇ ਕਾਲ ਕੂਕਦਾ ਪਿਆ ਹੈ। ਉਹਨਾਂ ਕੋਲ ਕਾਲ ਹੈ, ਬਸ ਅੱਜ ਵੀ ਗਏ, ਕੱਲ ਵੀ ਗਰਸੇ ਗਏ। ਉਹ ਤਾਂ ਕਾਲ ਦੇ ਮਾਰੇ ਜਾਣਗੇ ਜਿਨ੍ਹਾਂ ਨੂੰ ਝੂਠੇ ਕੰਮ ਚੰਬੜੇ, ਜਿਨ੍ਹਾਂ ਨੇ ਲੋਭ ਹੀ ਧਾਰਨ ਕੀਤਾ ਹੋਇਆ ਹੈ। ਅੱਗੇ, ਜਹਾਂ ਖਿਮਾ ਤੈ ਆਪ। ਜਿਨ੍ਹਾਂ ਅੰਦਰ ਰਹਿਮ ਹੈ ਨਾ, ਖਿਮਾ ਹੈ ਵੀ ਇਹਨੂੰ ਵੀ ਮਾਫੀ ਦੇ ਦਿਓ, ਇਹਦਾ ਵੀ ਭਲਾ ਹੋ ਜੇ, ਇਹਦਾ ਵੀ ਬੁਰੇ ਦਾ ਵੀ ਭਲਾ ਹੋ ਜੇ। ਕਹਿੰਦੇ ਉੱਥੇ ਪ੍ਰਮਾਤਮਾ ਆਪ ਜੀ ਉਹਨਾਂ ਦੇ ਹਿਰਦੇ 'ਚ ਰੱਬ ਬੈਠਾ। ਰੱਬ ਹੀ ਮਾਫੀਆਂ ਦਿੰਦਾ ਹੈ, ਰੱਬ ਹੀ ਦੁਨੀਆ ਨੂੰ ਖਿਮਾ ਕਰਦਾ ਹੈ, ਰੱਬ ਵੀ ਮਾੜਿਆਂ ਚੰਗਿਆਂ ਨੂੰ ਅੰਨ ਪਾਣੀ ਦਿੰਦਾ ਹੈ, ਰੱਬ ਹੀ ਇਹ ਜਿਹੜਾ ਸਾਰਿਆਂ ਨੂੰ ਪਾਲਦਾ ਹੈ। ਜਿੱਥੇ ਖਿਮਾ ਏ, ਰਹਿਮ ਏ, ਹਰ ਵੇਲੇ ਤਰਸੇ, ਉਹਨਾਂ ਦੇ ਘਰ 'ਚ ਕਿਉਂ ਸਭ ਕੁਝ। ਉਹ ਬਿਲਕੁਲ 1 ਰੁਪਈਆ ਤੱਕ ਘਰ ਵਿੱਚ ਨਹੀਂ ਆਉਣ ਦਿੰਦੇ, ਕਿੰਨਾ ਕੋਈ ਕਵੇ। ਕਹਿੰਦੇ ਵਾਹਿਗੁਰੂ ਤੂੰ ਸਾਨੂੰ ਬੜੀ ਜ਼ਮੀਨ ਬਖਸ਼ੀ। ਫਿਰ ਉਸ ਸਾਰੀ ਜਾਇਦਾਦ 'ਚ ਬੜੇ ਬੜੇ ਬਾਗ ਲਾਏ ਆ। ਜਦੋਂ ਕੋਈ ਜਾਇਦਾਦ ਵੇਚਦੇ ਆ, ਉਹਦਾ ਦਸਵੰਧ ਸਿੱਧਾ ਪੁੱਛੋ ਸਾਹਿਬ। ਜਿਸ ਸਾਧੂ ਸੰਗਤ 'ਚ ਉਹਨਾਂ ਨੂੰ ਦਾਤਾਂ ਮਿਲੀਆਂ ਪੁੱਛੋ ਸਾਹਿਬ ਨਾਲ, ਕਹਿੰਦੇ ਜਦੋਂ ਤੋਂ ਅਸੀਂ ਜੁੜੇ ਬਾਬਾ ਖੇਮ ਸਿੰਘ ਜੀ ਹੁੰਦੇ ਸੀ। ਕਹਿੰਦੇ ਮੇਰੀ ਨਿੱਕੀ ਜੀ ਕੋਈ ਪੁਲਿਸ ਦੀ ਵਿੱਚ ਮੈਂ ਨੌਕਰ ਹੋਇਆ ਸੀ, ਨਾਲ ਹੀ ਮਿਲ ਗਈ ਮਹਾਂਪੁਰਖ ਦੀ ਸੰਗਤ, ਨਾਲ ਹੀ ਪਤਾ ਲੱਗ ਗਿਆ ਵੀ ਕਿਹੜਾ ਕੰਮ ਮਾੜਾ ਏ, ਕਿਹੜਾ ਚੰਗਾ ਏ, ਕਿਹੜਾ ਕਰਨਾ, ਕਿਹੜਾ ਨਹੀਂ ਕਰਨਾ। ਸਾਰੀਆਂ ਤਰੱਕੀਆਂ ਗੁਰੂ ਦਿੰਦਾ ਹੈ। ਬਸ ਜਿਹੜੀ ਉਹਨਾਂ ਨੂੰ ਚੀਜ਼ ਚਾਹੀਦੀ ਹੈ ਨਾ, ਉਹ ਸਰਕਾਰਾਂ ਮਗਰ ਨਹੀਂ ਜਾਂਦੇ ਕਿ ਬਾਦਲ ਸਾਹਿਬ ਕੋਲ ਜਾਣ, ਕੈਪਟਨ ਸਾਹਿਬ ਕੋਲ ਜਾਣ, ਹੋਰ ਕਿਸੇ ਕੋਲ ਜਾਣ। ਉਹ ਕਹਿੰਦੇ ਸਾਡੀਆਂ ਸਰਕਾਰਾਂ ਚਲਾਉਣ ਵਾਲੇ ਬਾਬਾ ਜੀ ਮਹਾਰਾਜ ਬਾਬਾ ਮਾਹਰ ਨਾਮ ਸਿੰਘ ਜੀ ਬੈਠੇ ਨੇ, ਗੁਰੂ ਨਾਨਕ ਬੈਠਾ ਹੈ ਪੁੱਛੋ ਦੇ ਵਿੱਚ, ਤੇ ਸਾਨੂੰ ਕਿਉਂ ਨਾ ਮਿਲੇਗਾ ਇੱਥੋਂ। ਬੱਚਿਆਂ ਦੀਆਂ ਪੜ੍ਹਾਈਆਂ, ਬੱਚਿਆਂ ਦੀਆਂ ਡਿਗਰੀਆਂ, ਆਪਦੀ ਜਿੱਥੇ ਉਹਨਾਂ ਦੀ ਇੱਛਾ ਹੁੰਦੀ ਕਿ ਮੈਂ ਫਲਾਣਾ ਮੈਨੂੰ ਉਹਦਾ ਮਿਲ ਜੇ, ਇਹ ਮੈਂ ਲੱਗ ਜਾ ਇਸ ਥਾਂ ਤੇ, ਬਾਬਾ ਜੀ ਬਖਸ਼ੀ ਆਉਂਦੇ ਆ। ਪੁਲਿਸ ਦੀ ਜਿਹੜੀ ਮਾਇਆ ਤਨਖਾਹ ਮਿਲਦੀ ਉਹਦਾ ਦਸਵੰਧ, ਜਿਹੜੀ ਖੇਤੀਬਾੜੀ ਜਿੰਨੀ ਉਹਦਾ ਦਸਵੰਧ, ਜੇ ਕੋਈ ਪੰਪ ਲਾਇਆ ਉਹਨਾਂ ਦਾ ਦਸਵੰਧ, ਉਹ ਨਹੀਂ ਕਦੀ ਭੁੱਲਣਾ। ਇਹ ਕੱਚੀ ਮਾਇਆ ਹੈ। ਕਹਿੰਦੇ ਜੇ ਤੂੰ ਦਸਵੰਧ ਨਹੀਂ ਕੱਢੇਗਾ, ਕਹਿੰਦੇ ਸੰਖੀਆ ਹੈ। ਉਹਨਾਂ ਫਿਰ ਦੱਸਿਆ ਮਹਾਂਪੁਰਖਾਂ ਨੇ ਕਿ ਹੈਗਾ ਤਾਂ ਸੰਖੀਆ ਹੈ, ਪਰ ਸੰਖੀਏ ਤੋਂ ਦਵਾਈ ਬੜੀ ਵੱਡੀ ਤਿਆਰ ਹੁੰਦੀ ਹੈ ਵੈਦਾਂ ਕੋਲ। ਸੰਖੀਆ ਜ਼ਹਿਰ ਹੈ, ਇਸ ਜ਼ਹਿਰ ਤੋਂ ਇੰਨੀ ਕਮਾਲ ਦੀ ਦਵਾਈ ਤਿਆਰ ਹੁੰਦੀ ਹੈ ਕਿ ਦੁਨੀਆ ਦੇ ਲੱਖਾਂ ਰੋਗ ਘਟਦੀ ਹੈ। ਪਰ ਇਹਨੂੰ ਮਾਰਨ ਦਾ ਤਰੀਕਾ ਚਾਹੀਦਾ ਹੈ। ਸੰਖੀਆ ਮਾਰਨਾ ਆਉਂਦਾ ਹੋਵੇ, ਫਿਰ ਵੈਦ ਇਹਨੂੰ ਮਾਰ ਦਿੰਦੇ ਨੇ। ਮਾਰ ਕੇ ਨਹੀਂ ਕਿ ਸੰਖੀਆ ਹੀ ਸੁਆਹ ਕਰਕੇ ਰੱਖਦਾ ਹੈ, ਉਹਦੀ ਜ਼ਹਿਰ ਮਾਰਦੇ ਆ। ਵੈਦ ਜੁਗਤੀ ਦੇ ਨਾਲ ਜ਼ਹਿਰੀਲੀਆਂ ਚੀਜ਼ਾਂ ਲੈ ਕੇ ਉਹਦੀ ਉਹ ਨੁਕਸਾਨ ਕਰਨ ਵਾਲੀ ਚੀਜ਼ ਮਾਰਦੇ ਆ, ਅਸਲੀ ਰੱਖ ਲੈਂਦੇ ਆ। ਸੱਪ ਦੀ ਜ਼ਹਿਰ ਤੋਂ ਵੀ ਕੰਮ ਲੈਂਦੇ ਆ। ਕੱਚਾ ਸੰਖੀਆ ਬਹੁਤ ਬੰਦੇ ਨੂੰ ਜੇ ਕਿਤੇ ਖਾ ਲਵੇ ਨਾ ਤੇ ਹੱਡ ਗਲਦੇ ਜਾਂਦੇ ਆ, ਅੰਦਰੋਂ ਸਰੀਰ ਖਤਮ ਹੁੰਦਾ ਜਾਂਦਾ ਹੌਲੀ ਹੌਲੀ। 5-7 ਸਾਲ ਤੜਫ ਤੜਫ ਕੇ ਮਰਦਾ ਜੀ ਕਿਤੇ ਕੱਚਾ ਖਾ ਲੇ। ਜੇ ਉਹਨੂੰ ਲੈ ਮਾਰ, ਫਿਰ ਉਹ ਇੰਨਾ ਅੰਮ੍ਰਿਤ ਬਣ ਜਾਂਦਾ ਹੈ ਕਿ ਮਰੇ 'ਚ ਵੀ ਜਾਨ ਪਾਉਂਦਾ। ਬੰਦਾ ਮਰਨ ਦੇ ਕਿਨਾਰੇ ਆ, ਉਹਨੂੰ ਦਵਾਈ ਦਿਓ ਠੀਕ।
ਸਤਿਗੁਰੂ ਕਹਿੰਦੇ ਨੇ ਇਹ ਧਨ ਤੇਰਾ ਕੱਚਾ ਸਿੰਘੀਆ ਹੈ। ਦੱਸ ਇਹਨੂੰ ਮਾਰੇਗਾ ਕਿਵੇਂ? ਪਹਿਲੋਂ ਤਾਂ ਇਹ ਮਾਇਆ ਤੇਰੀ ਕਿਰਤ ਕਮਾਈ ਦੀ ਧਰਮ ਵਾਲੀ ਹੋਵੇ। ਦੂਜਾ ਫਿਰ ਇਹਦੇ ਵਿੱਚੋਂ 10ਵਾਂ ਹਿੱਸਾ ਗੁਰੂ ਦੇ ਨਾਂ ਦਾ ਕੱਢ ਦੇ। ਮਰ ਗਈ ਮਾਇਆ। ਪੜ੍ਹਾਈ ਕਰਦੀ ਜਾਏਗੀ, ਬੱਚਿਆਂ ਦੀ ਬੁੱਧੀ ਬਦਲਦੀ ਜਾਏਗੀ, ਕਾਰੋਬਾਰ 'ਚ ਤਰੱਕੀਆਂ ਹੁੰਦੀਆਂ ਜਾਣਗੀਆਂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।